ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਵੈਲਕਮ ਬੈਕ ਟੂ ਅਨਦਰ ਨਿਊ ਵਲੌਗ। ਅੱਜ ਦਾ ਵਲੌਗ ਜੀ ਸਾਡੇ ਕੰਮਾਂ ਕਾਜਾਂ ਦੇ ਨਾਲ ਘਰ ਦੇ ਕੰਮ ਮੁੱਕਦੇ ਹੀ ਨਹੀਂ, ਫਿਰ ਬਾਹਰ ਦੇ ਕੰਮ ਵੀ ਕਰਨੇ ਪੈਂਦੇ ਨੇ। ਸਾਡੇ ਚੈਨਲ ਨੂੰ ਕੋਈ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕਰਦਾ, ਬੜਾ ਦੁੱਖ ਹੁੰਦਾ। ਕੱਲ੍ਹ ਮੈਂ ਐਡੀ ਵਧੀਆ ਕਹਾਣੀ ਸੁਣਾਈ ਤੁਹਾਨੂੰ, ਉਹ ਬਾਵੇ ਦੀ ਕਹਾਣੀ ਹੈ ਵੀ ਅਸਲ ਸੀ, ਉਹ ਵੀ ਇੰਝ ਹੀ ਰਿਹਾ। ਪਰ ਨਾ ਕਿਸੇ ਲੇਡੀ ਨੇ ਮੈਨੂੰ ਮੈਸੇਜ ਕੀਤਾ, ਨਾ ਹੀ ਕਿਸੇ ਨੇ ਲਾਈਕ ਐਂਡ ਸ਼ੇਅਰ ਕੀਤਾ। ਯਾਰ ਇੰਝ ਦੀ ਗੱਲ ਤਾਂ ਨਹੀਂ ਨਾ ਹੋਣੀ ਚਾਹੀਦੀ। ਤੁਹਾਨੂੰ ਚਾਹੀਦਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਪੋਰਟ ਕਰੋ। ਇੱਕ ਘਰੇਲੂ ਖਾਤੂਨ, ਇੱਕ ਘਰੇਲੂ ਮਾਂ ਦੀ ਜ਼ਰੂਰਤ ਹੈ ਚੈਨਲ ਦੀ ਗਰੋ, ਮਤਲਬ ਕਿ ਮੇਰਾ ਚੈਨਲ ਜਲਦੀ ਗਰੋ ਕਰ ਜਾਏ, ਅਤੇ ਤੁਸੀਂ ਸੁਣਦੇ ਹੀ ਨਹੀਂ। ਮੇਰੇ ਚੈਨਲ ਨੂੰ ਤੁਸੀਂ ਔਂਤਰਾ ਬਣਾਏ, ਕੋਈ ਸੀਰੀਅਸ ਹੀ ਨਹੀਂ ਹੁੰਦਾ, ਕੋਈ ਵੇਖਦਾ ਹੀ ਨਹੀਂ, ਨਾ ਹੀ ਕੋਈ ਕਮੈਂਟ ਕਰਦਾ। ਆਹ ਕੇ ਥੱਕ ਗਿਆ। ਚਲੋ ਜੀ, ਲੋਕੀ ਚਵਲ ਉਹ ਹੁਣ ਚਾਹਤ ਫਤਿਹ ਅਲੀ ਖਾਨ ਨੂੰ ਦੇਖੋ ਨਾ, ਚਾਹਤ ਫਤਿਹ ਅਲੀ ਖਾਨ ਹੀ ਹੈ ਸ਼ਾਇਦ, ਚਾਹਤ ਉਹ ਜਿਹੜਾ ਇੰਨੇ ਅਜੀਬ ਗਾਣੇ ਪਿਆ ਗਾਉਂਦਾ ਹੈ, ਫਿਰ ਵੀ ਲੋਕ ਉਹਨੂੰ ਕਿੰਨੇ ਲਾਈਕ ਕਰਦੇ ਨੇ। ਨਾ ਉਹਦੀ ਆਵਾਜ਼, ਨਾ ਅਕਲ, ਨਾ ਸ਼ਕਲ, ਲੋਕੀ ਉਹਦੇ ਪਿੱਛੇ ਪਾਗਲ ਹੋਏ ਨੇ। ਮਿਲੀਅਨ ਦੇ ਵਿਊਜ਼ ਆਏ ਨੇ ਜੀ, ਮਿਲੀਅਨ ਦੇ। ਅਤੇ ਜੇ ਕਿਸੇ ਨੂੰ ਸਪੋਰਟ ਕਰਨ ਦਾ ਆਖ ਦਿਓ, ਅਤੇ ਨਹੀਂ ਜੀ ਬਿਮਾਰੀ ਤੇ ਨਹੀਂ, ਅੱਲਾ ਮਾਫ ਕਰੇ। ਅਤੇ ਲੋਕੀ ਵੇਖਦੇ ਹੀ ਨਹੀਂ, ਅੱਗੇ ਟੁਰ ਜਾਂਦੇ ਨੇ। ਅੱਜ ਮੈਂ ਜੀ ਏਡਾ ਸੋਹਣਾ ਖਾਬ ਵੇਖਿਆ, ਮੈਂ ਵੇਖਿਆ ਜੀ ਪਲਵਿਸ਼ਾ ਜੀ ਆਉਂਦੇ ਨੇ, ਅਤੇ ਨਾ ਮੈਂ ਆਪਣੇ ਸੂਟਾਂ ਦੇ ਬਾਰੇ ਸੋਚਦੀ ਸਾਂ ਵੀ ਮੈਂ ਇਹ ਐਤਕੀ ਸਰਦੀਆਂ 'ਚ ਕੋਈ ਸੂਟ ਹੀ ਨਹੀਂ ਨਿਕਲਿਆ, ਕੀ ਕਰਾਂਗੀ। ਇੱਕ ਹੀ ਮਤਲਬ ਸੂਟ ਨਿਕਲਿਆ ਨਾ, ਮਤਲਬ ਮਿਡਲ ਕਲਾਸ ਔਰਤਾਂ ਹਰ ਕੋਈ ਇੰਝ ਹੀ ਕਰਦਾ। ਹੁਣ ਇਹ ਨਹੀਂ ਕਿ ਅਸੀਂ ਰੋਣ ਲੱਗ ਗਏ, ਕੋਈ ਸੀਰੀਅਸ ਲੈਣ ਦੀ ਗੱਲ ਨਹੀਂ ਹੈ। ਅਤੇ ਮੈਂ ਨਾ ਸੋਚਣ ਲੱਗੀ, ਮੈਂ ਹੁਣ ਕੀ ਕਰਾਂਗੀ। ਇੱਕ ਸੂਟ ਲਵਾਂਗੀ, ਫਿਰ ਬੱਚਿਆਂ ਦੇ ਵੀ ਲੈਣੇ ਨੇ, ਅਤੇ ਕਿਸ ਤਰ੍ਹਾਂ ਮੈਨੇਜ ਹੋਏਗਾ ਕੋਈ ਪਤਾ ਨਹੀਂ ਸੀ। ਹੈ ਅਤੇ ਪਲਵਿਸ਼ਾ ਜੀ ਆਉਂਦੇ ਨੇ, ਅਤੇ ਕਿੱਡੇ ਅਤੇ 3 ਕਿ 4 ਸੂਟ ਉਹ ਲੈ ਕੇ ਆਉਂਦੇ ਨੇ। ਆਉਂਦੇ ਨੇ ਯਾਰ ਤੁਹਾਡਾ ਮੈਂ ਵਲੋਗ ਵੇਖਿਆ ਸੀ, ਮੈਨੂੰ ਬੜਾ ਹੀ ਚੰਗਾ ਲੱਗਿਆ ਸੀ। ਮੈਂ ਆਖਿਆ ਤੁਹਾਡੀ ਸਹੇਲੀ ਤਾਂ ਨਹੀਂ ਹੈ, ਮੈਂ ਜਿਹੜੀ ਆ ਨਾ ਤੁਹਾਡੀ ਸਹੇਲੀ ਬਣ ਜਾਂਦੀ ਹਾਂ, ਅਤੇ ਤੁਹਾਡੇ ਵਾਸਤੇ ਮੈਂ ਸੂਟ ਲੈ ਕੇ ਆਈ ਹਾਂ। ਅਤੇ ਮੈਂ ਖੁਆਬ ਵਿੱਚ ਐਡੀ ਖੁਸ਼ ਕਿ ਮੈਂ ਕੀ ਦੱਸਾਂ। ਸੂਟਾਂ ਦੀ ਵਜ੍ਹਾ ਤੋਂ ਨਹੀਂ, ਹਾਂ ਔਰਤ ਜ਼ਾਤ ਹੈ ਨਾ, ਸੂਟਾਂ ਅਤੇ ਜੁੱਤੀਆਂ 'ਤੇ ਬੜੀ ਖੁਸ਼ ਹੁੰਦੀ ਹੈ, ਲੇਕਿਨ ਮੈਂ ਖੁਸ਼ ਜੀ ਪਲਵਿਸ਼ਾ ਜੀ ਦੀ ਵਜ੍ਹਾ ਤੋਂ ਸਾਂ। ਮੈਂ ਇਹ ਆਵਾਜ਼ ਜੀ ਮੇਰੇ ਘਰ ਆਏ ਨੇ, ਕਿੰਨੇ ਮੈਂ ਖੁਸ਼ਕਿਸਮਤ ਹੋ ਗਈ ਹਾਂ। ਮੈਂ ਅੱਲਾ ਜਾਣੇ, ਮੈਂ ਇਹ ਵੀ ਨਹੀਂ ਸੋਚਿਆ। ਇਹ ਹੈ ਵੀ ਸਾਰਾ ਸਿਸਟਮ ਹੈ ਜੀ, ਘਰ ਵੀ ਆਈ ਸੀ, ਗਰੀਬੀ ਵੀ ਆਈ, ਮਤਲਬ ਕਿ ਮਿਡਲ ਕਲਾਸੀ ਵੀ ਆਈ ਸੀ, ਕੋਈ ਹਾਈ ਫਾਈ ਨਹੀਂ ਸਾਂ ਕਿ ਕੋਠੀ ਵਿੱਚ ਅਸੀਂ ਫਿਰ ਸ਼ਿਫਟ ਹੋ ਗਏ। ਅੱਜ ਕੱਲ੍ਹ ਅਸੀਂ ਯੂਟਿਊਬ ਨੂੰ ਵੇਖੀਏ ਨਾ, ਅਤੇ ਯੂਟਿਊਬ 'ਤੇ ਇਹ ਵੇ ਕਿ ਇੱਕ ਵਜ਼ੀਫਾ ਕਰੋ ਅਤੇ ਇਹ ਤੁਹਾਨੂੰ ਇੰਝ ਮਿਲ ਜਾਏਗਾ, ਉਂਝ ਮਿਲ ਜਾਏਗਾ। ਸ਼ੁੱਧ ਲੋਕ ਏਡੇ ਪਰੇਸ਼ਾਨ ਨੇ, ਉਹ ਆਖਦੇ ਨੇ ਅਸੀਂ ਕੀ ਕਰੀਏ, ਸਾਡੀਆਂ ਜਲਦੀ ਦੁਆਵਾਂ ਕਬੂਲ ਹੋ ਜਾਣ। ਕੱਖ ਵੀ ਨਹੀਂ ਜੇ ਹੁੰਦਾ, ਚੋਖੀ ਮਿਹਨਤ ਕਰਨੀ ਪੈਂਦੀ ਜ਼ਿੰਦਗੀ 'ਚ, ਅੱਲਾ ਦਾ ਨਾਂ ਵੀ ਲੈਣਾ ਪੈਂਦਾ। ਜੇ ਜ਼ਿੰਦਗੀ 'ਚ ਮਿਹਨਤ ਜ਼ਰੂਰੀ ਹੈ, ਅੱਲਾ ਦਾ ਨਾਂ ਲੈਣਾ ਜ਼ਰੂਰੀ ਹੈ, ਫਿਰ ਹੀ ਜਾ ਕੇ ਤੁਸੀਂ ਕਿਧਰੇ ਕਾਮਯਾਬ ਹੁੰਦੇ ਹੋ। ਨਾ ਆਖਦੇ ਹੋ ਨਾ ਕਿ ਤੁਸੀਂ ਭੁੱਖਾਂ ਨਾਲ ਕਾਮਯਾਬ ਹੋ ਜਾਓ, ਅਤੇ ਕੋਈ ਨਹੀਂ ਜੀ ਗੱਲ, ਇਹ ਝੂਠ ਜੇ ਸਾਰੇ। ਹਾਂ, ਅੱਲਾ ਦੇ ਕਲਾਮ ਵਿੱਚ ਬਰਕਤ ਬੜੀ ਹੁੰਦੀ ਕਿ ਉਹ ਤੁਹਾਡੇ ਵਕਤ 'ਚ ਵੀ ਬਰਕਤ ਪਾ ਦਿੰਦਾ ਅੱਲਾ, ਅਤੇ ਫਿਰ ਤੁਹਾਡੇ ਕੰਮਾਂ 'ਚ ਆਸਾਨੀਆਂ ਕਰ ਦਿੰਦਾ। ਹੋਰ ਤੁਸੀਂ ਆਖੋ ਕਿ ਇੰਨੀ ਵਾਰੀ ਪੜ੍ਹੇ ਆ, ਕਬੂਲ ਅੱਲਾ ਪਾਕ ਦੀ ਜ਼ਾਤ ਨੇ ਕਰਨਾ, ਅਤੇ ਉਹ ਹੋ ਜਾਏ, ਮਤਲਬ ਕਿ ਤੁਹਾਡਾ ਘਰ ਖਲੋ ਜਾਏ, ਨੀਹਾਂ ਖਲੋ ਜਾਣ, ਗੱਡੀ ਦੂਸਰੀ ਫੂਕ ਮਾਰੋ ਗੱਡੀ ਆ ਜਾਏ, ਇੰਝ ਵਾਲੀ ਗੱਲ ਕੋਈ ਨਹੀਂ ਜੇ ਹੈ। ਅਤੇ ਮਿਹਨਤ ਕਰਦੇ ਰਹੋ, ਅਤੇ ਅੱਲਾ ਤਾਲਾ ਨੇ ਤੁਹਾਨੂੰ ਜਿਹੜਾ ਨਾ ਥਾਂ ਬੇੜੀ ਤੁਹਾਡੀ ਵੀ ਲਾ ਦੇਣੀ ਹੈ, ਅਤੇ ਅੱਲਾ ਨੇ ਬੜਾ ਹੀ ਕਰਮ ਕਰਨਾ, ਆਸਾਨੀਆਂ ਕਰਨੀਆਂ। ਅਤੇ ਜੇ ਤੁਸੀਂ ਆਖੋ ਕਿ ਫੂਕਾਂ ਨਾਲ ਸਾਰਾ ਸਿਸਟਮ ਚੱਲੇ, ਅਤੇ ਇੰਝ ਵਾਲੀ ਗੱਲ ਕੋਈ ਨਹੀਂ ਹੈ। ਇਹ ਜੀ ਇਹਨਾਂ ਦੀ ਦਾਦੋ ਆਏ ਸਨ, ਮਾਸ਼ਾ ਅੱਲਾ ਉਹਨਾਂ ਨੂੰ ਜ਼ਿੰਦਗੀ ਦੇ, ਉਹਨਾਂ ਨੇ ਮੇਰੇ ਦੋਤਰੇ ਦਾ ਸ਼ੂਜ਼ ਬਣਾਇਆ ਨਾ, ਮੈਨੂੰ ਬੜਾ ਹੀ ਚੰਗਾ ਲੱਗਿਆ ਸੀ। ਅਤੇ ਉਹਨੇ ਮੇਰੀ ਬੇਟੀ ਆਦੀ ਨਹੀਂ ਜੀ ਮੇਰੀ ਦੋਸਤ ਘਰ ਬੇਬੀ ਹੋਣ ਲੱਗੀ, ਉਹ ਗਰਲ ਹੈ, ਅਤੇ ਤੁਸੀਂ ਉਹਦੇ ਵਾਸਤੇ ਬਣਾ ਦਿਓ। ਅਤੇ ਅੰਮਾ ਨੇ ਆਖਿਆ ਪਿੰਕ ਕਲਰ ਦਾ ਸ਼ੂਜ਼ ਹੈ, ਅਤੇ ਇਹਦੇ ਤੋਂ ਛੋਟਾ ਚੰਗਾ ਲੱਗੇਗਾ। ਅਤੇ ਇਹ ਵਾਲਾ ਫਰਾਕ ਅੱਜ ਮੈਂ ਸਿਲਾਈ ਕੀਤਾ ਅੱਜ, ਅਤੇ ਮੈਂ ਲੱਕ ਮੇਰਾ ਇੰਨਾ ਦਰਦ ਕਰੇ, ਮੈਂ ਥੱਕ ਟੁੱਟ ਗਈ। ਹੁਣ ਸਰਦੀਆਂ 'ਚ ਨਾ ਜ਼ਿਆਦਾ ਕੱਪੜੇ ਸੀਨੇ ਦੇ ਵਿੱਚ ਹਿੰਮਤ ਨਹੀਂ ਹੈ, ਲੇਕਿਨ ਫਿਰ ਵੀ ਜੀ ਕਰਨਾ ਪੈਂਦਾ, ਕਿਉਂਕਿ ਜੀਣਾ ਹੈ ਅਤੇ ਸਾਰੇ ਕੰਮ ਕਰਨੇ ਪੈਂਦੇ ਨੇ। ਹੁਣ ਇੰਨੀ ਕੁ ਮਹਿੰਗਾਈ ਹੋ ਗਈ, ਇੱਕ ਚੀਜ਼ ਮੰਗਾਓ ਦੂਸਰੀ ਮੁੱਕੀ, ਦੂਸਰੀ ਮੰਗਾਓ ਤੀਸਰੀ ਮੁੱਕੀ, ਅਤੇ ਫਿਰ ਇੰਨੀ ਟੈਨਸ਼ਨ ਹੋ ਜਾਂਦੀ ਨਾ, ਟੈਨਸ਼ਨ ਵਿੱਚ ਫਿਰ ਬੰਦਾ ਕੀ ਕਰੇ। ਅਤੇ ਉਹ ਵਾਲਾ ਸੂਟ ਵੀ ਸੀਤਾ ਸੀ, ਇਹ ਸਿਰਫ ਟਰਾਊਜ਼ਰ ਸੀ, ਅਤੇ ਇਹ ਨਾ ਪੈਂਟ ਟਰਾਊਜ਼ਰ ਸੀ, ਇਹਦੇ ਨਾਲ ਬਟਨ ਵੀ ਲੱਗੇ ਸਨ। ਬਟਨ ਸ਼ੁੱਧ ਮੈਨੂੰ ਮਿਲੇ ਕੋਈ ਨਹੀਂ, ਅਤੇ ਜਿਹੜੇ ਘਰ ਪਏ ਸਨ ਮੈਂ ਉਹ ਵੇਖਿਆ ਲਾ ਦਿੱਤੇ, ਅਤੇ ਜ਼ਿਪ ਵੀ ਲੱਗੀ ਸੀ, ਨਿੱਕੀ ਸਾਰੀ ਜ਼ਿਪ ਲੱਗੀ ਸੀ, ਅਤੇ ਬੜਾ ਸੋਹਣਾ ਪੈਂਟ ਟਰਾਊਜ਼ਰ ਬਣ ਗਿਆ। ਅਤੇ ਉਹ ਬਣਾ ਕੇ ਮੈਂ ਹੱਟੀ, ਅਤੇ ਮੈਂ ਕਿਹਾ ਚਲੋ ਜੀ ਮੈਂ ਹਾਂਡੀ ਬਣਾ ਲਾਂ। ਫਿਰ ਸਫਾਈ ਕੀਤੀ, ਫਿਰ
ਕੱਪੜੇ ਮੈਂ ਤੁਹਾਨੂੰ ਉਹਨੇ ਲਾਂਡਰੀ ਵਿਖਾਵਾਂਗੀ ਨਾ, ਤੁਸੀਂ ਵੇਖਿਓ ਕਿੱਡੇ ਜ਼ਿਆਦਾ ਕੱਪੜੇ ਮੈਂ ਧੋਤੇ ਤੇ ਉਂਝ ਧੋ ਕੇ ਮੈਂ ਰੱਖੀ ਗਈ ਤੇ ਫਿਰ ਮੇਰੇ ਹਸਬੈਂਡ ਜੀ ਨੇ ਸਵੇਰ ਬਾਹਰ ਪਾਏ। ਲੇਕਿਨ ਫਿਰ ਜਦੋਂ ਮੈਂ ਲਾ ਕੇ ਲੈ ਕੇ ਆਈ ਫਿਰ ਮੈਂ ਆਖਿਆ ਹਾਏ ਮੈਂ ਮਰ ਜਾ, ਇਹ ਸਾਰੇ ਕੱਪੜੇ ਮੈਂ ਧੋਤੇ ਨੇ। ਮੈਂ ਤਾਂ ਹੀ ਤੇ ਮੇਰੇ ਪੈਰਾਂ ਨੂੰ ਦਰਦ ਹੁੰਦੀ ਪਈ ਇੰਨੀ ਬੜੀ ਕਿ ਮੈਂ ਥੱਕ ਟੁੱਟ ਗਈ। ਤਾਂ ਫਿਰ ਮੈਂ ਕਿਹਾ ਇਹਨਾਂ ਦੇ ਪਾਪਾ ਨੂੰ, ਮੈਂ ਕਿਹਾ ਪਹਿਲੇ ਮੈਂ ਇੰਨੀ ਥੱਕੀ ਨਹੀਂ ਸਾਂ, ਕੱਪੜੇ ਵੇਖ ਕੇ ਨਾ ਹੋਰ ਥੱਕ ਗਈ। ਮੈਂ ਕਿਹਾ ਇੰਝ ਮੈਨੂੰ ਥੱਕਣ ਜ਼ਿਆਦਾ ਹੋ ਗਈ ਹੈ, ਪਹਿਲੇ ਨਹੀਂ ਸੀ ਹੈ ਇੰਨੀ। ਉਹਨਾਂ ਨੂੰ ਨਾ ਮੇਰੀ ਗੱਲ ਤੇ ਬੜੀ ਹੱਸੀ ਆਈ, ਲੇਕਿਨ ਫਿਰ ਵੀ ਮੈਂ ਤੁਹਾਨੂੰ ਅਸਲ ਗੱਲ ਦੱਸਾਂ, ਜਿਹੜੀ ਅਸਲ ਗੱਲ ਹੈ ਨਾ ਉਹ ਇਹ ਹੀ ਹੈ ਕਿ ਮੈਂ ਕੱਪੜੇ ਵੇਖ ਕੇ ਬਹੁਤੀ ਟੈਨਸ਼ਨ 'ਚ ਆ ਗਈ, ਹਾਏ ਇੰਨੇ ਬੜੇ ਮੈਂ ਧੋਤੇ ਨੇ। ਤੇ ਫਿਰ ਜੀ ਉਹਨਾਂ ਨੂੰ ਤੈਅ ਕੀਤਾ। ਅੱਜ ਤੇ ਸਾਰਾ ਦਿਨ ਮਸਰੂਫੀਅਤ 'ਚ ਗੁਜ਼ਰਿਆ ਤੇ ਪਕਾਉਣਾ ਸੀ ਚਿਕਨ, ਪਾਲਕ ਤੇ ਆਲੂ। ਇਹਦੇ ਵਿੱਚ ਮੈਂ ਟਮਾਟਰ ਪਿਆਜ਼ ਦਾ ਮਸਾਲਾ ਕੋਈ ਨਹੀਂ ਬਣਾਇਆ। ਮੈਂ ਲਸਣ ਅਦਰਕ ਜਿਹੜਾ ਹੈ ਨਾ ਉਹਦੇ ਵਿੱਚ ਚਿਕਨ ਫਰਾਈ ਕਰਕੇ ਫਿਰ ਉਹਦੇ ਵਿੱਚ ਜੀ ਆਲੂ ਪਾ ਦੇਣੇ ਨੇ। ਫਿਰ ਜੀ ਪਾਲਕ ਬੋਇਲ ਕਰਨੀ, ਪਾਲਕ ਦਾ ਪਾਣੀ ਮੈਂ ਲਾ ਲੈਂਦੀ ਹਾਂ ਕਿਉਂਕਿ ਉਹਦੇ ਵਿੱਚ ਪਤਾ ਨਹੀਂ ਕੀ ਹੁੰਦੇ ਨੇ, ਪਤਾ ਨਹੀਂ ਇੰਗਲਿਸ਼ ਵਿੱਚ ਕੀ ਨਾਂ ਲਈਦਾ ਉਹਦਾ, ਮੈਨੂੰ ਉਹ ਨਾਂ ਨਹੀਂ ਯਾਦ ਆ ਰਿਹਾ। ਚਲੋ ਜੋ ਵੀ ਹੈ ਤੇ ਉਹ ਮੈਂ ਲਾ ਦਿੰਦੀ ਹਾਂ। ਉਹ ਆਖਦੇ ਨੇ ਉਹ ਨਹੀਂ ਸਹੀ ਹੁੰਦਾ, ਇਹਨਾਂ ਦੀ ਦਾਦੋ ਵੀ ਇਹੀ ਆਖਦੇ ਸਨ ਕਿ ਪਾਲਕ ਦਾ ਪਾਣੀ ਹਮੇਸ਼ਾ ਲਾ ਲਿਆ ਕਰੋ, ਸਾਗ ਦਾ ਪਾਣੀ ਲਾ ਲਿਆ ਕਰੋ। ਅਤੇ ਸਾਗ ਦਾ ਪਾਣੀ ਮੈਂ ਘੱਟ ਲਾ ਲੈਂਦੀ, ਅੱਧਾ ਵਿੱਚ ਪਾ ਲੈਂਦੀ, ਅੱਧਾ ਲਾ ਦਿੰਦੀ ਹਾਂ। ਅਤੇ ਬਸ ਸਾਡਾ ਅੱਜ ਦਾ ਵੀ ਸਾਲਨ ਵੀ ਬੜਾ ਵਧੀਆ ਬਣ ਗਿਆ ਸੀ। ਹੁਣ ਜੀ ਰੋਟੀਆਂ ਪਕਾਉਣੀਆਂ ਨੇ ਅਤੇ ਸਾਲਨ ਹਲੇ ਜਦੋਂ ਪਾਲਕ ਬੋਇਲ ਹੋ ਜਾਏਗੀ ਅਤੇ ਇਹਦੇ ਵਿੱਚ ਫਿਰ ਮੈਂ ਪਾ ਦਿਆਂਗੀ ਪਾਲਕ। ਅਤੇ ਫਿਰ ਨਾ ਮੈਂ ਉਹ ਪਾ ਕੇ ਅਤੇ ਇਹਨੂੰ ਹਲਕੀ ਅੱਗ 'ਤੇ ਰੱਖ ਕੇ ਫਿਰ ਤੁਸੀਂ ਉਹ ਜਿਹੜਾ ਨਾ ਉਹ ਤਾਂ ਹੁਣ ਮੈਂ ਤੁਹਾਨੂੰ ਵਿਖਾ ਨਹੀਂ ਸਕਦੀ, ਲਾਸਟ 'ਚ ਵਿਖਾਵਾਂਗੀ। ਅਤੇ ਅੱਜ ਤੁਸੀਂ ਕੀ ਬਣਾਇਆ, ਤੁਹਾਡੇ ਘਰ ਕੀ ਖਾਧਾ ਗਿਆ। ਅਤੇ ਚੈਨਲ 'ਤੇ ਮੈਸੇਜ ਕਰ ਦਿਆ ਕਰੋ, ਕੌਮੈਂਟ ਕਰ ਦਿਆ ਕਰੋ। ਕੌਮੈਂਟ ਬੜਾ ਜ਼ਰੂਰੀ ਹੁੰਦਾ, ਅਗਲੇ ਬੰਦੇ ਦੀ ਹੌਸਲਾ ਅਫਜ਼ਾਈ ਹੁੰਦੀ ਹੈ ਉਹਦਾ ਕੈਸਾ ਚੈਨਲ ਚੱਲ ਰਿਹਾ। ਅਤੇ ਜਿਹੜਾ ਨਾ ਤੁਹਾਡੇ ਇੱਕ ਥੋੜ੍ਹਾ ਜਿਹਾ ਤੁਸੀਂ ਲਿਖਣਾ ਹੁੰਦਾ ਅਤੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਵੀ ਕਰ ਦਿਓ ਅਤੇ ਦੁਆਵਾਂ 'ਚ ਵੀ ਯਾਦ ਰੱਖਣਾ। ਅਤੇ ਜੀ ਇਹ ਵੇਖਿਆ ਮੈਂ ਤੁਹਾਨੂੰ ਵੀ ਲੱਗਿਆ ਪਤਾ ਮੈਂ ਕਿੰਨੇ ਵੇਖ ਕੇ ਨਾ ਇੰਨਾ ਵਾਲਾ ਕੱਪੜ ਇਹ ਸਾਰਾ ਮੈਂ ਧੋਤਾ ਜੇ ਧੋਬੀ ਨੇ ਨਹੀਂ ਧੋਤਾ। ਫਿਰ ਮੈਂ ਹੋਰ ਥੱਕ ਗਈ, ਮੈਂ ਹੁਣ ਤਾਂ ਮੇਰੀ ਟੰਗਾਂ 'ਚ ਸਾਹ ਹੀ ਨਹੀਂ ਰਿਹਾ, ਇੰਨਾ ਕੱਪੜ ਮੈਂ ਧੋ ਦਿੱਤਾ। ਗਰਮੀਆਂ ਸਹੀ ਸਨ ਯਾਰ, ਇੱਕ ਹੀ ਸੂਟ ਲੈਂਦਾ ਸੀ। ਹੁਣ ਤਾਂ ਜੈਕਟਾਂ ਲੈਦਾ ਇੱਕ ਬੱਚੇ ਦੀਆਂ ਨਾ 3-3 4-4 ਚੀਜ਼ਾਂ ਲੈਂਦੀਆਂ ਨੇ, ਫਿਰ ਉਹ ਜ਼ਿਆਦਾ ਹੋ ਜਾਂਦੇ। ਅਤੇ ਜਿੱਥੇ ਹੁਣ ਮਾਸ਼ਾਅੱਲਾ 4-5 ਬੱਚੇ ਅਤੇ ਫਿਰ ਉਹਦੇ ਸੋਚੋ ਕਿੰਨੀਆਂ ਚੀਜ਼ਾਂ ਲੈਣਗੀਆਂ। ਅਤੇ ਚੈਨਲ ਨੂੰ ਸਪੋਰਟ ਪਲੀਜ਼ ਕਰ ਦਿਆ ਕਰੋ ਯਾਰ, ਕੁਛ ਨਹੀਂ ਹੁੰਦਾ। ਤੁਹਾਡੀਆਂ ਆਂਦਰਾਂ ਨੂੰ ਵੀ ਠੰਡ ਪਏਗੀ ਅਤੇ ਮੇਰੀਆਂ ਆਂਦਰਾਂ ਨੂੰ ਵੀ ਠੰਡ ਪਏਗੀ। ਕਿਸੇ ਦੀ ਸਪੋਰਟ ਕਰੋਗੇ, ਕਿਸੇ ਦੀ ਦੁਆ ਲਵੋਗੇ, ਅੱਲਾਹ ਤਾਲਾ ਤੁਹਾਨੂੰ ਵੀ ਕਾਮਯਾਬੀਆਂ ਕਾਮਰਾਨੀਆਂ ਦੇ। ਅਤੇ ਮੈਂ ਸਾਰੇ ਕੱਪੜੇ ਤੈਅ ਕਰਕੇ ਰੱਖੇ ਔਰ ਅੱਜ ਮੈਂ ਬਹੁਤ ਜ਼ਿਆਦਾ ਥੱਕ ਗਈ ਸਾਂ। ਅਤੇ ਕੱਲ੍ਹ ਦੀ ਕਹਾਣੀ ਮੇਰੇ ਚੈਨਲ 'ਤੇ ਕਿੰਨੇ ਸੁਣੀ ਸੀ, ਕੀ ਸੁਣਿਆ ਸੀ, ਉਹਦੇ ਤੋਂ ਕੀ ਸਬਕ ਹਾਸਲ ਕੀਤਾ ਸੀ ਵੀ ਕਿ ਨਹੀਂ ਕੀਤਾ ਸੀ, ਇਹ ਜੀ ਹੁਣ ਫਾਈਨਲ ਲੁੱਕ ਹੋਊਗੀ। ਬਸ ਇਹਨੂੰ ਹੁਣ ਭੁੰਨਣਾ, ਭੁੱਜਦਿਆਂ ਅਤੇ ਮੈਂ ਤੁਹਾਨੂੰ ਨਹੀਂ ਵਿਖਾਵਾਂਗੀ ਅਤੇ ਖਾਂਦਿਆਂ ਵੀ ਸ਼ਾਇਦ ਮੈਂ ਵੀਡੀਓ ਬਣਾ ਲਾਂ। ਮੇਰੇ ਚੈਨਲ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ ਅਤੇ ਕੌਮੈਂਟ ਅੱਛਾ ਜਿਹਾ ਪਿਆਰਾ ਜਿਹਾ ਕਰ ਦਿਆ ਕਰੋ। ਫਿਰ ਮੈਂ ਉਹਦਾ ਤੁਹਾਨੂੰ ਜਵਾਬ ਵੀ ਦਿਆਂਗੀ। ਮੈਂ ਲੋਕਾਂ ਦੀ ਚੈਨਲ ਖੋਲ੍ਹ ਕੇ ਵੇਖਾਂ, ਮਾਸ਼ਾਅੱਲਾ ਐਡੇ ਕੌਮੈਂਟ ਆਏ ਹੁੰਦੇ ਨੇ, ਮੇਰੇ 'ਤੇ ਕੋਈ ਨਹੀਂ ਕਰਦਾ। ਅੱਲਾ ਹਾਫਿਜ਼।